जब होवत प्रभ केवल धनी, तब बंध मुक्त कहो किसको गनी। ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਹੈ ਵੀ ਜਦੋਂ ਮਾਲਕ ਪ੍ਰਭੂ ਸਿਰਫ ਆਪ ਹੀ ਸੀ, ਕੁਦਰਤ ਨਹੀਂ ਸੀ। ਕਿਉਂ? ਹੁਣ ਕੁਦਰਤ ਕਰਕੇ ਵਸਿਆ ਸੋਈ। ਹੁਣ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕੁਦਰਤ ਨੂੰ ਪੈਦਾ ਕੀਤਾ ਅਤੇ ਕੁਦਰਤ ਦੇ ਵਿੱਚ ਵਸ ਰਿਹਾ। ਮਹਾਰਾਜ ਕਹਿੰਦੇ ਜਦੋਂ ਮਾਲਕ ਪ੍ਰਭੂ ਸਿਰਫ ਆਪ ਹੀ ਸੀ, ਮਹਾਰਾਜ ਕਹਿੰਦੇ ਤਬ ਬੰਧ ਮੁਕਤ ਕਹੋ ਕਿਸ ਕੋ ਗਨੀ। ਤਦੋਂ ਦੱਸੋ ਕਿਸ ਨੂੰ ਬੰਧਨਾਂ ਵਿੱਚ ਫਸਿਆ ਹੋਇਆ ਅਤੇ ਕਿਸ ਨੂੰ ਮੁਕਤ ਸਮਝੀਏ। ਕਿਉਂਕਿ ਜਦੋਂ ਹੈ ਹੀ ਪ੍ਰਭੂ ਪਰਮਾਤਮਾ ਆਪ ਸੀ, ਕੁਦਰਤ ਨਹੀਂ ਸੀ। ਕੁਦਰਤ ਦੇ ਵਿੱਚ ਰਿਸ਼ਤੇ ਨੇ, ਮਨੁੱਖਤਾ ਵਿੱਚ ਰਿਸ਼ਤੇ ਨੇ। ਸਤਿਗੁਰੂ ਸਮਝਾਉਂਦੇ ਨੇ ਵੀ ਜਦੋਂ ਪ੍ਰਭੂ ਪਰਮਾਤਮਾ ਸਿਰਫ ਆਪ ਹੀ ਸੀ, ਫਿਰ ਨਾ ਕੋਈ ਮੁਕਤ ਸੀ ਅਤੇ ਨਾ ਕੋਈ ਬੰਧਨਾਂ ਵਿੱਚ ਸੀ। ਅੱਗੇ ਮਹਾਰਾਜ ਦੱਸਦੇ ਨੇ ਜਬ ਏਕੇ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਉਤਾਰ। ਜਦੋਂ ਅਗਮ ਤੇ ਬੇਅੰਤ ਪ੍ਰਭੂ ਇੱਕ ਆਪ ਹੀ ਸੀ, ਤਦੋਂ ਦੱਸੋ ਨਰਕਾਂ ਤੇ ਸੁਰਗਾਂ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ? ਨਹੀਂ ਸੀ ਨਾ। ਮਹਾਰਾਜ ਕਹਿੰਦੇ ਦੱਸਿਆ ਹੀ ਨਹੀਂ ਜਾ ਸਕਦਾ। ਕਿਉਂਕਿ ਜਦੋਂ ਕੁਦਰਤੀ ਨਹੀਂ ਹੈ, ਨਾ ਕੋਈ ਰਿਸ਼ਤਾ ਸੀ, ਨਾ ਕੋਈ ਬੰਧਨ ਸੀ, ਨਾ ਕੋਈ ਮੁਕਤ ਸੀ। ਇਸ ਤਰ੍ਹਾਂ ਧਿਆਨ ਨਾਲ ਸੁਣਨੀ ਆ ਜੀ ਬਾਣੀ ਆਪਾਂ। ਜਬ ਨਿਰਗੁਣ ਪ੍ਰਭ ਸਹਿਜ ਸੁਭਾਈ, ਤਬ ਸਿਵ ਸਖਤ ਕਹੋ ਕਿਤ ਠਾਈ। ਮਹਾਰਾਜ ਕਹਿੰਦੇ ਜਦੋਂ ਜਦੋਂ ਸੁਤੇ ਹੀ ਪ੍ਰਭੂ ਤ੍ਰੈਗੁਣੀ ਮਾਇਆ ਤੋਂ ਪਰੇ ਸੀ, ਭਾਵ ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ, ਤਦੋਂ ਦੱਸੋ ਕਿੱਥੇ ਸਨ ਜੀਵ ਤੇ ਕਿੱਥੇ ਸੀ ਮਾਇਆ? ਨਹੀਂ ਸੀ। ਜਬ ਆਪੇ ਆਪ ਆਪਣੀ ਜੋਤ ਧਰੇ, ਮਹਾਰਾਜ ਕਹਿੰਦੇ ਜਦੋਂ ਪ੍ਰਭੂ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ, ਤਬ ਕਬਨ ਨਿਡਰ ਕਬਨ ਕਤ ਡਰੇ। ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ? ਕਿਉਂਕਿ ਇਹਦੇ ਵਿੱਚ ਰੈਪੀਟੇਸ਼ਨ ਆ ਜੀ, ਰਿਪੀਟ ਕਰ ਕਰਕੇ ਗੁਰੂ ਮਹਾਰਾਜ ਦੱਸ ਰਹੇ ਨੇ ਵੀ ਸਾਡੇ ਸਮਝ ਵਿੱਚ ਆ ਜੇ ਗੱਲ। ਗੁਰਬਾਣੀ ਦੇ ਵਿੱਚ ਰੈਪੀਟੇਸ਼ਨ ਬਹੁਤ ਰਿਪੀਟ ਕਰ ਕਰਕੇ ਦੱਸਿਆ ਮਹਾਰਾਜ ਨੇ, ਬਾਰ-ਬਾਰ ਇੱਕੋ ਗੱਲ ਨੂੰ ਕਈ ਤਰੀਕਿਆਂ ਦੇ ਨਾਲ ਸਮਝਾਉਣਾ ਕੀਤਾ ਗੁਰੂ ਮਹਾਰਾਜ ਨੇ, ਵੀ ਸਾਡੇ ਮਨੁੱਖਤਾ ਦੇ ਹਿਰਦੇ ਵਿੱਚ ਵਸ ਜੇ ਗੱਲ। ਬਾਰ ਪ੍ਰਭ ਜਪੀਏ। ਇਹ ਇੱਕ ਜਪਣਾ ਹੀ ਆ, ਜਾਪ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ, ਜੋ ਆਪਾਂ ਨੂੰ ਰਿਪੀਟ ਕਰ ਕਰਕੇ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਤਬ ਕਬਨ ਨਿਡਰ ਕਬਨ ਕਤ ਡਰੇ। ਤਦੋਂ ਕੌਣ ਨਿਡਰ ਸੀ? ਨਿਡਰ ਦਾ ਮਤਲਬ ਵੀ ਬੇਡਰ, ਅਤੇ ਕੌਣ ਕਿਸੇ ਤੋਂ ਡਰਦੇ ਸਨ। ਇਹ ਜਦੋਂ ਰਚੀ ਗਈ, ਕੁਦਰਤ ਰਚੀ ਗਈ, ਸੰਸਾਰ ਰਚਿਆ ਗਿਆ, ਉਹਦੇ ਵਿੱਚ ਜੀਵ ਜੰਤੂ ਪੈਦਾ ਹੋਏ, ਮਨੁੱਖਤਾ ਵੀ ਪੈਦਾ ਹੋਈ, ਫਿਰ ਉੱਥੇ ਡਰ ਵੀ ਪੈਦਾ ਹੋਏ, ਨਿਡਰ ਵੀ ਹੋਏ। ਨਿਡਰ ਆਪਨ ਚਲਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ। ਮਹਾਰਾਜ ਕਹਿੰਦੇ ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ। ਅਕਾਲ ਪੁਰਖ ਅਗਮ ਤੇ ਬੇਅੰਤ ਹੈ।
ਅਬਿਨਾਸੀ ਸੁਖ ਆਪਨ ਆਸਨ। ਤਹ ਜਨਮ ਮਰਨ ਕਹੋ ਕਹਾਂ ਬਿਨਾਸਨ। ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਕਿਆ ਬੈਠਾ ਸੀ, ਤਦੋਂ ਜੰਮਣਾ ਮਰਨਾ ਤੇ ਮੌਤ ਕਿੱਥੇ ਸਨ। ਉਹ ਤਾਂ ਜਦੋਂ ਸ੍ਰਿਸ਼ਟੀ ਸਾਜੀ ਪ੍ਰਭੂ ਪਰਮਾਤਮਾ ਨੇ, ਫੇਰ ਹੀ ਜੀਵ ਜੰਤੂ ਜਨਮ ਮਰਨ ਦੇ ਗੇੜ ਵਿੱਚ ਚੱਲਿਆ ਨਾ ਸਿਸਟਮ। ਇਹ ਉਹ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਨੂੰ ਪੈਦਾ ਕੀਤਾ ਅਤੇ ਫਿਰ ਕੁਦਰਤ ਨੂੰ ਸਮੇਟਦਾ ਵੀ ਹੈ। ਹੁਣ ਨਾਲੇ ਨਾਲ ਕੁਦਰਤ ਨੂੰ ਪੈਦਾ ਵੀ ਕਰ ਰਿਹਾ, ਨਾਲ ਦੀ ਨਾਲ ਸਮੇਟੀ ਵੀ ਜਾ ਰਿਹਾ। ਆਪਾਂ ਇਹ ਵੀ ਮੰਨ ਲੈਂਦੇ ਹਾਂ ਗੱਲ ਵੀ ਜੀਵ ਜੰਤੂ ਪੈਦਾ ਵੀ ਹੋਈ ਜਾਂਦੇ ਨੇ, ਸੰਸਾਰ ਤੋਂ ਜਾਈ ਵੀ ਜਾਂਦੇ ਨੇ। ਪੇੜ ਪੌਦੇ ਵੀ ਹਰੇ ਭਰੇ ਵੀ ਹੋਈ ਜਾਂਦੇ ਨੇ, ਸੁੱਕੀ ਵੀ ਜਾਂਦੇ ਨੇ। ਧਿਆਨ ਦੇਣਾ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਕੁਦਰਤ ਨੂੰ ਪੈਦਾ ਵੀ ਕਰ ਰਿਹਾ ਅਤੇ ਕੁਦਰਤ ਨੂੰ ਸਮੇਟ ਵੀ ਰਿਹਾ। ਮਹਾਰਾਜ ਕਹਿੰਦੇ ਜਦੋਂ ਉਹ ਅਕਾਲ ਪੁਰਖ ਅਵਿਨਾਸੀ ਪ੍ਰਭੂ ਪਰਮਾਤਮਾ ਆਪਣੇ ਆਪ ਦੇ ਵਿੱਚ ਹੀ ਸਨ, ਉਦੋਂ ਕੋਈ ਨਾ ਜੰਮਣ ਨਹੀਂ ਸੀ, ਨਾ ਕੋਈ ਜੰਮਣ ਸੀ, ਕੋਈ ਨਾ ਮਰਨ ਸੀ। ਇੱਥੇ ਦੱਸਿਆ ਨਾ ਸਤਿਗੁਰਾਂ ਨੇ, ਤਹ ਜਨਮ ਮਰਨ ਕਹੋ ਕਹਾਂ ਬਿਨਾਸਨ। ਅਵਿਨਾਸੀ ਸੁਖ ਆਪਨ ਆਸਨ। ਅਵਿਨਾਸੀ ਪ੍ਰਭੂ ਪਰਮਾਤਮਾ ਆਪਣੇ ਆਸਨ ਦੇ ਵਿੱਚ ਆ, ਸੁੰਨ ਸਮਾਧੀ ਵਿੱਚ ਕਹੋ, ਠੀਕ ਹੈ ਨੀ। ਜਦੋਂ ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਕਿਆ ਬੈਠਾ ਸੀ, ਸੁੰਨ ਸਮਾਧੀ ਵਿੱਚ, ਗੁਰਬਾਣੀ ਵਿੱਚ ਪੰਕਤੀਆਂ ਅੱਗੇ ਆਉਣਗੀਆਂ, ਨਾ ਦਿਨ ਚੰਦ ਨਾ ਸੂਰਜ, ਨਾ ਦਿਨ ਰੈਣ ਨਾ ਸੂਰਜ, ਸੁੰਨ ਸਮਾਧ ਲਗਾਏਗਾ, ਇਸ ਤਰ੍ਹਾਂ ਪੰਕਤੀਆਂ ਆਉਣਗੀਆਂ ਅੱਗੇ ਵੀ ਸੁੰਨ ਸਮਾਧੀ ਦੇ ਵਿੱਚ। ਹੁਣ ਇੱਥੇ ਵੀ ਇਹੀ ਪੰਕਤੀ ਵੀ ਇਹੀ ਦੱਸਦੀ ਹੈ ਵੀ ਅਵਿਨਾਸੀ ਸੁਖ ਆਪਨ ਆਸਨ। ਪ੍ਰਭੂ ਪਰਮਾਤਮਾ ਆਪਣੀ ਮੌਜ ਵਿੱਚ ਆਪਣੇ ਸਰੂਪ ਵਿੱਚ ਟਿਕਿਆ ਬੈਠਾ ਸੀ, ਨਾ ਕੋਈ ਜਨਮ ਅਤੇ ਨਾ ਕੋਈ ਮਰਨ, ਨਾ ਕੋਈ ਜੰਮਦਾ ਸੀ, ਨਾ ਕੋਈ ਨਾਸ ਹੁੰਦਾ ਸੀ। ਅੱਗੇ ਮਹਾਰਾਜ ਕਹਿੰਦੇ ਨੇ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਮਹਾਰਾਜ ਕਹਿੰਦੇ ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਤਦੋਂ ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ। ਜਬ ਅਵਗਤ ਅਗੋਚਰ ਪ੍ਰਭ ਏਕਾ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤਰ ਗੁਪਤ ਕਿਸ ਪੂਸਤ ਲੇਖਾ। ਮਹਾਰਾਜ ਕਹਿੰਦੇ ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇੱਕ ਆਪ ਹੀ ਮੌਜੂਦ ਸੀ, ਅਤੇ ਤਦੋਂ ਚਿਤਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ, ਕਿਉਂਕਿ ਬਣਿਆ ਹੀ ਕੁਛ ਨਹੀਂ ਸੀ। ਇਹ ਗੱਲ ਆਪਾਂ ਧਿਆਨ ਵਿੱਚ ਰੱਖਣੀ ਆ ਵੀ ਜਿੰਨਾ ਚਿਰ ਸ੍ਰਿਸ਼ਟੀ ਨਹੀਂ ਸੀ ਪ੍ਰਭੂ ਪਰਮਾਤਮਾ ਨੇ ਸਾਜੀ, ਉਹਨਾਂ ਚਿਰ ਜਦੋਂ ਹੈ ਹੀ ਕੁਛ ਨਹੀਂ ਸੀ, ਅਤੇ ਉੱਥੇ ਕੁਛ ਵੀ ਨਹੀਂ ਸੀ। ਨਾ ਜੰਮਣ, ਨਾ ਮਰਨ, ਨਾ ਕੋਈ ਈਰਖਾ, ਨਾ ਕੋਈ ਦਵੈਧ, ਨਾ ਕੋਈ ਡਰ, ਨਾ ਕੋਈ ਨਿਡਰ। ਨਾ ਕੋਈ ਚਿੱਤਰ ਅਤੇ ਨਾ ਕੋਈ ਗੁਪਤ, ਨਾ ਤੇ ਕੋਈ ਲੇਖਾ ਪੁੱਛਣ ਵਾਲਾ, ਕਿਉਂਕਿ ਲੇਖਾ ਜਦੋਂ ਹੋਣਾ ਹੀ ਨਹੀਂ ਅਤੇ ਲੇਖਾ ਪੁੱਛੇਗਾ ਕੌਣ। ਜੇ ਬਾਹਰੀ ਧਾਰਨਾ ਲਈਏ ਵੀ ਜਿਹੜਾ ਬੱਚਾ ਸਕੂਲ ਵਿੱਚ ਪੜ੍ਹਦਾ ਹੀ ਨਹੀਂ, ਉਹਦਾ ਪੇਪਰ ਕਿੱਥੋਂ ਹੋਊ। ਮਹਾਰਾਜ ਦੱਸਦੇ ਨੇ, ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਸੁੱਟੇ ਕੌਣ ਬੰਧਨ ਬਾਧੇ। ਜਦੋਂ ਮਾਲਕ ਮਾਇਆ ਰਹਿਤ ਅਥਾਹ ਅਗੋਚਰ ਆਪ ਹੀ ਸੀ, ਤਬ ਕੌਣ ਸੁੱਟੇ ਕੌਣ ਬੰਧਨ ਬਾਧੇ। ਮਹਾਰਾਜ ਕਹਿੰਦੇ ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਅਤੇ ਕੌਣ ਬੰਧਨਾਂ ਵਿੱਚ ਬੱਝੇ ਹੋਏ ਸਨ। ਕੋਈ ਵੀ ਨਹੀਂ। ਇਹੀ ਆਪਾਂ ਨੂੰ ਸਮਝ ਆਈ ਹੈ ਨਾ ਵੀ ਕੋਈ ਵੀ ਨਹੀਂ ਸੀ। ਅੱਗੇ ਮਹਾਰਾਜ ਕੀ ਦੱਸਦੇ ਨੇ, ਸੁਣਦੇ ਹਾਂ ਆਪਾਂ।
ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਮਹਾਰਾਜ ਕਹਿੰਦੇ ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ। ਆਪਣਾ ਆਕਾਰ ਉਸਨੇ ਆਪ ਹੀ ਪੈਦਾ ਕੀਤਾ ਹੈ। ਜੋ ਵੀ ਕੁਦਰਤਾਂ ਸ੍ਰਿਸ਼ਟੀ ਦੇ ਵਿੱਚ ਜੀਵ ਜੰਤੂ ਪੇੜ ਪੌਦੇ ਸਭ ਉਹਨੇ ਆਪਣਾ ਰੂਪ ਹੀ ਪ੍ਰਗਟ ਕੀਤਾ ਹੈ। ਗੁਰਬਾਣੀ ਕਹਿੰਦੀ ਹੈ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਵੀ ਸਭ ਕੁਛ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਤੇ ਜਦੋਂ ਸਾਨੂੰ ਇਹ ਸਮਝ ਆ ਗਈ ਤੇ ਫਿਰ ਕੋਈ ਕਿਸੇ ਦੇ ਨਾਲ ਕੋਈ ਈਰਖਾ, ਕੋਈ ਦਵੈਦ, ਕੋਈ ਗੁੱਸਾ, ਕੋਈ ਗਿਲਾ, ਕੋਈ ਬੇਈਮਾਨੀ, ਕੋਈ ਚੋਰੀ, ਕੋਈ ਠੱਗੀ, ਕੋਈ ਵੈਰ ਵਿਰੋਧ ਰਹਿ ਜਾਏਗਾ ਕਿਸੇ ਨਾਲ? ਨਹੀਂ, ਫਿਰ ਤਾਂ ਨਹੀਂ ਰਹਿਣਾ ਚਾਹੀਦਾ। ਜਦੋਂ ਇਹ ਸਮਝ ਆ ਗਈ ਆਪਾਂ ਨੂੰ, ਇਹੀ ਗੁਰਬਾਣੀ ਸਮਝਾਉਂਦੀ ਹੈ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੀ। ਜਦੋਂ ਉਹਨੇ ਆਪਣੀ ਕੁਦਰਤ ਨੂੰ ਨਹੀਂ ਸੀ ਪੈਦਾ ਕੀਤਾ, ਉਦੋਂ ਕੁਛ ਵੀ ਨਹੀਂ ਸੀ, ਨਾ ਕੋਈ ਵੈਰ, ਨਾ ਕੋਈ ਵਿਰੋਧ, ਨਾ ਕੋਈ ਈਰਖਾ, ਨਾ ਕੋਈ ਦਵੈਦ, ਕੁਛ ਵੀ ਨਹੀਂ ਸੀ। ਕਿਉਂਕਿ ਉਹਨੇ ਆਪਣੇ ਆਪ ਤੋਂ ਹੀ ਸਭ ਕੁਛ ਪੈਦਾ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ, ਤੇ ਆਪ ਹੀ ਹੈ ਸਭਨੀ ਥਾਈਂ। ਜਿੱਥੇ ਹੋ ਜਾਈਂ ਤੂੰ ਸਭਨੀ ਥਾਈਂ, ਸੱਚਾ ਸਿਰਜਣਹਾਰ ਜੀਓ। ਮਹਾਰਾਜ ਕਹਿੰਦੇ ਜਿੱਥੇ ਵੀ ਅਸੀਂ ਜਾਂਦੇ ਹਾਂ, ਜਿੱਧਰ ਵੀ ਦੇਖਦੇ ਹਾਂ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਸਭਨੀ ਥਾਈਂ ਮੌਜੂਦ ਹੈ। ਹਰ ਜੀਵ ਦੇ ਵਿੱਚ, ਹਰ ਕਣ ਕਣ ਵਿੱਚ, ਜਿਹਨੂੰ ਆਪਾਂ ਰਾਮ 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 ਕਹਿੰਦੇ ਹਾਂ ਨਾ, ਇਹ ਰਾਮ ਦਾ ਭਾਵ ਆ ਰਮੇ ਹੋਏ ਤੋਂ, ਵੀ ਕਣ ਕਣ ਵਿੱਚ ਰਮਿਆ ਹੋਇਆ ਪ੍ਰਭੂ ਪਰਮਾਤਮਾ। ਜਦੋਂ ਹੈ ਹੀ ਕਣ ਕਣ ਵਿੱਚ, ਫਿਰ ਸਾਨੂੰ ਭਾਈ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਚਾਹੀਦਾ। ਕਿਉਂਕਿ ਨਗਰਾਂ ਵਿੱਚ, ਸ਼ਹਿਰਾਂ ਵਿੱਚ ਤਾਂ ਹਜੇ ਘੱਟ ਦੇਖਣ ਨੂੰ ਮਿਲ ਜਾਂਦਾ, ਪਿੰਡਾਂ ਵਿੱਚ ਤਾਂ ਪੂਰਾ ਹੀ ਵਿਤਕਰਾ, ਪੂਰਾ ਹੀ ਬਰਾਦਰੀਆਂ ਕਰਕੇ। ਇਹ ਮਜ਼੍ਹਬੀ ਆ, ਇਹ ਚਮਾਰ ਆ, ਇਹ ਝਿਉਰ ਆ, ਇਹ ਸੀਂਬੇ ਆ, ਇਹ ਨਾਈ ਆ, ਵਿਤਕਰੇ ਆ ਨਾ। ਤੇ ਗੁਰਬਾਣੀ ਕਹਿੰਦੀ ਆ ਵੀ ਉਹ ਆਪਣੇ ਆਪ ਤੋਂ ਹੀ, ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਤੋਂ ਹੀ ਸਭ ਕੁਛ ਪੈਦਾ ਕੀਤਾ, ਤਾਂ ਫਿਰ ਦੂਜਾ ਤਾਂ ਕੋਈ ਹੈ ਹੀ ਨਹੀਂ। ਮਾਨੁਖ ਕੀ ਜਾਤ ਸਭ ਏਕ ਪਛਾਨਬੋ, ਵੀ ਮਨੁੱਖ ਤਾਂ ਸਭ ਇੱਕੋ ਹੀ ਆ ਨਾ। ਫਿਰ ਤਾਂ ਸਾਨੂੰ ਵਿਤਕਰਾ ਰੱਖਣਾ ਨਹੀਂ ਚਾਹੀਦਾ ਭਾਈ। ਜੇ ਅਸੀਂ ਵਿਤਕਰੇ ਰੱਖਦੇ ਹਾਂ, ਈਰਖਾ ਰੱਖਦੇ ਹਾਂ, ਫਿਰ ਅਸੀਂ ਪ੍ਰਭੂ ਪਰਮਾਤਮਾ ਨੂੰ ਕਣ ਕਣ ਵਿੱਚ ਨਹੀਂ ਸਮਝਦੇ। ਫਿਰ ਸਾਡਾ ਰਾਮ ਕਿਹਾ ਵੀ ਮੌਜੂਦ ਪ੍ਰਵਾਨ ਨਹੀਂ ਹੈ, ਕਿਉਂ ਰਾਮ ਦਾ ਤਾਂ ਭਾਵ ਰਮਿਆ ਹੋਇਆ ਵੀ ਸਾਰਿਆਂ ਵਿੱਚ ਉਹੀ ਹੈ, ਤੇ ਰੱਖਦੇ ਆਪਾਂ ਵਿਤਕਰਾ। ਇਸ ਤਰ੍ਹਾਂ ਨਾ ਕਰਕੇ ਗੁਰੂ ਮਹਾਰਾਜ ਨੂੰ ਬਾਣੀ ਨੂੰ ਪੜ੍ਹ ਕੇ ਸੁਣੀਏ ਤੇ ਸਮਝ ਕੇ ਇੱਕੋ ਹੀ ਰੂਪ ਜਾਣੀਏ ਸਭ ਨੂੰ। ਹਾਂ, ਮਤਭੇਦ ਹੋ ਸਕਦੇ ਨੇ, ਵਿਚਾਰਕ ਵਿਰੋਧਤਾ ਹੋ ਸਕਦੀ ਹੈ, ਇੱਕ ਨਾ ਵਿਚਾਰਧਾਰਾ ਜਿਹੜੀ ਆ ਉਹ ਵਿਰੋਧਤਾ ਹੋ ਸਕਦੀ ਆ। ਹੁਣ ਜੇ ਆਪਾਂ ਕਹੀਏ ਸਿੱਖੀ ਸਿਧਾਂਤ ਤੇ ਇੱਕ ਹਿੰਦੂ ਧਰਮ ਸਿਧਾਂਤ ਆ, ਜਿਹੜੇ ਉਹ ਆਪਣੇ ਵਿਚਾਰਕ ਵਿਰੋਧ ਹੈਗੇ ਨੇ, ਠੀਕ ਆ। ਗੁਰਸਿੱਖ ਜਿਹੜੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਨੂੰ ਮੰਨਦੇ ਨੇ, ਗੁਰਬਾਣੀ ਦੇ ਨਾਲ ਲੜ ਲੱਗਿਆ ਜਿਹੜਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦਾ। ਜਿਹੜਾ ਹਿੰਦੂ ਧਰਮ ਆ ਉਹ 33 ਕਰੋੜ ਦੇਵੀ ਦੇਵਤੇ ਦੀ ਗੱਲ ਕਰਦਾ। ਚਲੋ ਵਿਚਾਰਕ ਆਪਣਾ ਫਰਕ ਹੈ ਵਿਚਾਰਾਂ ਦਾ, ਵੈਰ ਵਿਰੋਧ ਕੋਈ ਨਹੀਂ ਹੋਣਾ ਚਾਹੀਦਾ। ਕਿਉਂਕਿ ਗੁਰਬਾਣੀ ਵਿੱਚ ਇਹੀ ਸਾਨੂੰ ਸਮਝਾਇਆ ਵੀ ਏਕ ਹੈ, ਏਕ ਪਿਤਾ ਏਕ ਸਕੇਹਾ ਮੁਬਾਰਕ, ਤੂੰ ਮੇਰਾ ਗੁਰਹਾਈ। ਉਹ ਕਿਵੇਂ? ਵੀ ਜੀਵ ਆਤਮਾ ਕਰਕੇ ਆਪਣਾ ਪਿਤਾ ਇੱਕੋ ਹੀ ਆ, ਅਕਾਲ ਪੁਰਖ ਵਾਹਿਗੁਰੂ। ਜੀਵ ਆਤਮਾ ਸਾਰੀ ਅੰਸ ਮੰਸ ਪ੍ਰਭੂ ਪਰਮਾਤਮਾ ਦੀ ਹੈ। ਜੇ ਆਪਾਂ ਧਰਮ ਦੇ ਦਾਇਰੇ ਵਿੱਚ ਦੇਖਾਂਗੇ ਤੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ। ਜੇ ਆਪਾਂ ਹੁਣ ਸਰੀਰ ਦੇ ਮਾਤਾ ਪਿਤਾ ਦੇਖਾਂਗੇ ਤਾਂ ਸਰੀਰ ਦੇ ਮਾਤਾ ਪਿਤਾ ਆਪਣੇ ਵੱਖਰੇ ਵੱਖਰੇ ਨੇ, ਅਲੱਗ ਅਲੱਗ ਨੇ, ਠੀਕ ਹੈ ਜੀ।
ਅਸਲ ਮੇਨ ਗੱਲ ਜਿਹੜੀ ਆ ਵੀ ਵਿਚਾਰਕ ਵਿਰੋਧਤਾ ਹੋ ਸਕਦੀ ਹੈ ਆਪਣੀ ਇੱਕ ਦੂਜੇ ਨਾਲ, ਵਿਚਾਰਾਂ ਦੇ ਵਿਰੋਧ ਹੋ ਸਕਦੇ ਆਪਾਂ ਨੂੰ ਉਹਨਾਂ ਦੇ ਵਿਚਾਰ ਨਹੀਂ ਚੰਗੇ ਲੱਗਦੇ, ਉਹਨਾਂ ਨੂੰ ਆਪਣੇ ਵਿਚਾਰ ਨਹੀਂ ਚੰਗੇ ਲੱਗਦੇ, ਵਿਰੋਧਤਾ ਹੈ ਨਾ, ਪਰ ਵੈਰ ਕੋਈ ਨਹੀਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜੋ ਸ਼ਹੀਦੀ ਦਿੱਤੀ ਆ ਉਹ ਕਿਸੇ ਧਰਮ ਦੀ ਖਾਤਰ ਨਹੀਂ ਸ਼ਹੀਦੀ ਦਿੱਤੀ, ਉਹਨਾਂ ਨੇ ਸ਼ਹੀਦੀ ਦਿੱਤੀ ਆ ਮਨੁੱਖੀ ਵਿਚਾਰਾਂ ਦੀ ਖਾਤਰ ਤੇ ਜਬਰ ਜ਼ੁਲਮ ਧੱਕੇ ਦੇ ਖਿਲਾਫ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਆ ਵੀ ਮਹਾਰਾਜ ਕਹਿੰਦੇ ਆਪਣੇ ਵਿਚਾਰਾਂ ਪ੍ਰਤੀ ਮਨੁੱਖ ਸੁਤੰਤਰ ਆ, ਉਹ ਆਪਣੇ ਵਿਚਾਰਾਂ ਦੇ ਨਾਲ, ਆਪਣੇ ਵਿਚਾਰਾਂ ਪ੍ਰਤੀ ਆਪਣੀ ਜ਼ਿੰਦਗੀ ਜੀ ਸਕਦਾ ਜਿਵੇਂ ਵੀ ਉਹਦਾ ਜੀ ਕਰਦਾ, ਪਰ ਅਸੀਂ ਉਹਦੇ 'ਤੇ ਜ਼ੁਲਮ ਨਹੀਂ ਹੋਣ ਦੇਣਾ। ਗੁਰੂ ਮਹਾਰਾਜ ਦਾ ਇਹੀ ਸੀ ਨਾ ਮਿਸ਼ਨ, ਗੁਰੂ ਨਾਨਕ ਸਾਹਿਬ ਤੋਂ ਲਾ ਕੇ। ਸੱਚੇ ਪਾਤਸ਼ਾਹ ਨੇ ਕਿਸੇ ਧਰਮ ਬਚਾਉਣ ਨੂੰ ਨਹੀਂ ਸ਼ਹੀਦੀ ਦਿੱਤੀ, ਸਤਿਗੁਰਾਂ ਨੇ ਸ਼ਹੀਦੀ ਦਿੱਤੀ ਆ ਜਬਰ ਜ਼ੁਲਮ ਧੱਕੇ ਦੇ ਖਿਲਾਫ ਤੇ ਮਨੁੱਖੀ ਵਿਚਾਰਾਂ ਦੀ ਖਾਤਰ। ਤੇ ਫਿਰ ਆਪਾਂ ਵੀ ਸਤਿਗੁਰਾਂ ਦੇ ਭਾਈ ਆਖੇ ਲੱਗ ਜੇ ਤੇ ਅਸੀਂ ਵੀ ਇਹ ਛੱਡ ਕੇ ਵੈਰ ਵਿਰੋਧ ਈਰਖਾ ਦਵੈਦ। ਮਹਾਰਾਜ ਕਹਿੰਦੇ ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ, ਆਪਣਾ ਆਕਾਰ ਉਸਨੇ ਆਪ ਹੀ ਪੈਦਾ ਕੀਤਾ ਹੈ। ਅੱਗੇ ਮਹਾਰਾਜ ਦੱਸਦੇ ਨੇ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਬ ਬਿਨ ਮੈਲ ਕਹੋ ਕਿਆ ਧੋਤਾ। ਤਹ ਬਿਨ ਮੈਲ ਕਹੋ ਕਿਆ ਧੋਤਾ। ਮਹਾਰਾਜ ਕਹਿੰਦੇ ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ, ਮਹਾਰਾਜ ਕਹਿੰਦੇ ਫਿਰ ਉੱਥੇ ਉਹ ਮੈਲ ਰਹਿਤ ਸੀ, ਤਾਂ ਦੱਸੋ ਉਸਨੇ ਕਿਹੜੀ ਮੈਲ ਧੋਣੀ ਸੀ। ਜਿਹੜਾ ਹੈ ਜਿਹਨੂੰ ਮੈਲ ਲੱਗੀ ਨਹੀਂ ਹੈ ਉਹ ਧੋਊ ਕੀ। ਸਿੱਧੀ ਜੀ ਗੱਲ ਸਮਝ ਗਏ। ਜੇ ਹੁਣ ਆਪਾਂ ਬਾਹਰੀ ਗੱਲ ਉਦਾਹਰਨ ਨਾਲ ਲਈਏ ਤਾਂ ਬੀਬੀਆਂ ਭੈਣਾਂ ਕੱਪੜੇ ਧੋਂਦੀਆਂ ਨੇ ਜਾਂ ਭਾਂਡੇ ਧੋਂਦੇ ਨੇ, ਜਦੋਂ ਭਾਂਡੇ ਮੈਲੇ ਹੋ ਜਾਂਦੇ ਨੇ ਜਾਂ ਕੱਪੜੇ ਮੈਲੇ ਹੁੰਦੇ ਨੇ, ਮੈਲਾ ਕੱਪੜਾ ਹੀ ਧੋਤਾ ਜਾਂਦਾ ਨਾ, ਜਿਹੜਾ ਸਾਫ਼ ਸੁਥਰਾ ਉਹਨੂੰ ਤਾਂ ਨਹੀਂ ਧੋਤਾ ਜਾਂਦਾ, ਉਹਨੂੰ ਤਾਂ ਪ੍ਰੈਸ ਕਰਕੇ ਅਲਮਾਰੀ 'ਚ ਪਾ ਕੇ ਟੰਗਿਆ ਹੁੰਦੇ ਨੇ। ਕਹਿਣ ਦਾ ਭਾਵ ਆ ਮੈਲੇ ਮਨ ਨੂੰ ਹੀ ਧੋਣ ਦੀ ਜ਼ਰੂਰਤ ਆ ਭਾਈ। ਮੈਲੇ ਮਨ ਨੂੰ ਧੋਂਦੀ ਆ ਗੁਰਬਾਣੀ, ਤੇ ਤਨ ਦੀ ਮੈਲ ਧੋਂਦਾ ਹੈ ਪਾਣੀ। ਤਨ ਪਵਿੱਤਰ ਪਾਣੀ ਨਾ ਹੋਣਾ ਤੇ ਮਨ ਪਵਿੱਤਰ ਭਾਈ ਬਾਣੀ ਨਾ ਹੋਣਾ। ਮਹਾਰਾਜ ਕਹਿੰਦੇ ਇਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ, ਤਾਂ ਫਿਰ ਉੱਥੇ ਮਹਾਰਾਜ ਕਹਿੰਦੇ ਮੈਲ ਰਹਿਤ ਸੀ, ਤਾਂ ਦੱਸੋ ਉਸਨੇ ਕਿਹੜੀ ਮੈਲ ਧੋਣੀ ਸੀ ਜਦੋਂ ਮੈਲਾ ਹੈ ਹੀ ਨਹੀਂ। ਜਹ ਨਿਰਮਲ ਵਾਹਿਗੁਰੂ ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹ ਕੌਣ ਮਾਨ ਕੌਣ ਅਭਿਮਾਨ। ਜਿੱਥੇ ਮਾਇਆ ਰਹਿਤ ਆਕਾਰ ਰਹਿਤ ਤੇ ਵਾਸਨਾ ਰਹਿਤ ਪ੍ਰਭੂ ਹੀ ਸੀ, ਮਹਾਰਾਜ ਕਹਿੰਦੇ ਉੱਥੇ ਮਾਣ ਹੰਕਾਰ ਕਿਸ ਨੂੰ ਹੋਣਾ ਸੀ। ਹੁਣ ਉਸ ਨੂੰ ਆਪਣੇ ਤੇ ਲਿਆਉਣੀ ਗੱਲ ਵੀ ਜਦੋਂ ਪ੍ਰਭੂ ਪਰਮਾਤਮਾ ਹੀ ਸਾਰਿਆਂ ਦੇ ਵਿੱਚ ਹੈ, ਕਣ ਕਣ ਵਿੱਚ ਵੱਸਦਾ, ਜਿਹਨੂੰ ਅਸੀਂ ਰਾਮ ਕਹਿੰਦੇ ਹਾਂ, ਅੱਲਾ ਕਹਿੰਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਜਦੋਂ ਉਹ ਹੈ ਹੀ ਸਾਰਿਆਂ ਦੇ ਵਿੱਚ ਵਿਆਪਕ, ਤੇ ਫਿਰ ਈਰਖਾ ਦਵੈਤ ਤੇ ਵਿਰੋਧਤਾ ਕਾਹਦੀ। ਦੂਜਾ ਪੱਖ ਦੇਖ ਲਈਏ ਅਸੀਂ, ਈਰਖਾ ਦਵੈਤ ਵਿਰੋਧਤਾ ਰੱਖਦੇ ਹਾਂ ਅਸੀਂ ਦੁਨਿਆਵੀ ਪਦਾਰਥਾਂ ਦੀ ਖਾਤਰ, ਉਹ ਤਾਂ ਸਾਰੇ ਛੱਡ ਕੇ ਜਾਣੇ ਇਨਸਾਨ ਨੇ। ਅਰਬਾਂ ਪਤੀ ਕਰੋੜਾਂ ਪਤੀ, ਹੁਣ ਬਿਰਲੇ ਟਾਟਾ ਬਿਰਲੇ ਵਰਗੇ ਵੀ ਚਲੇ ਗਏ। ਟਾਟਾ ਵੀ ਦੇਖੋ ਕਿੱਡਾ ਅਮੀਰ ਬੰਦਾ ਸੀ ਵੀ ਵਧੀਆ ਬੰਦਾ, ਛੱਡ ਕੇ ਤਾਂ ਜਾਣਾ ਹੀ ਆ ਨਾ ਸਭ ਨੇ। ਉਹ ਦਾਦੀ ਮਾਂ ਸੁਣਾਉਂਦੀ ਹੁੰਦੀ ਸੀ ਸਾਨੂੰ, ਮੇਰਾ ਖਿਆਲ ਉਹ ਹੈ ਤਾਂ ਉਹ ਬਾਹਰੀ ਗੱਲ ਹੀ ਆ, ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡਣਾ ਪਊ। ਇਹ ਕਥਾ ਕੀਰਤਨ ਵਾਲੇ ਵੀ ਮੈਂ ਬਾਬੇ ਵੀ ਦੇਖਦਾ ਨਾ, ਉਹ ਵੀ ਇਹ ਪੜ੍ਹਦੇ ਹੁੰਦੇ ਧਾਰਨਾ ਵਿੱਚ ਵੀ ਦੁਨੀਆ ਵਾਲਾ ਸੋਹਣਾ ਬਾਗ ਆ ਨਾ, ਜਿਹਦੇ ਵਿੱਚ ਅਸੀਂ ਰੰਗ ਰਲੀਆਂ ਮਾਣ ਰਹੇ ਹਾਂ, ਸੁੱਖ ਸਹੂਲਤਾਂ ਦਾ ਆਨੰਦ ਲੈ ਰਹੇ ਹਾਂ, ਇਹਨੂੰ ਛੱਡ ਕੇ ਜਾਣਾ
ਸਦਾ ਥੋੜ੍ਹੀ ਬੈਠੇ ਰਹਿਣਾ। ਹੁਣ ਆਪਣੀ ਜੇ 50-53 ਸਾਲ ਦੀ ਉਮਰ, ਆਪਣੇ ਦੇਖਦੇ ਦੇਖਦੇ ਦੇਖ ਲਓ ਕਿੰਨੇ ਰਿਸ਼ਤੇਦਾਰ, ਕਿੰਨੇ ਬਜ਼ੁਰਗ, ਕਿੰਨੇ ਭੈਣ ਭਰਾ ਸੰਸਾਰ ਤੋਂ ਚਲੇ ਜਾ ਰਹੇ ਨੇ। ਕਿ ਕੁਦਰਤ ਨੂੰ ਸਾਜ ਕੇ ਆਪ ਹੀ ਅਕਾਲ ਪੁਰਖ ਵਾਹਿਗੁਰੂ ਪੈਦਾ ਕਰ ਰਿਹਾ ਅਤੇ ਆਪ ਹੀ ਉਹਨੂੰ ਕਲੋਜ਼ ਕਰ ਰਿਹਾ। ਨਵੇਂ ਆ ਰਹੇ ਨੇ, ਪੁਰਾਣੇ ਜਾ ਰਹੇ ਨੇ। ਮਹਾਰਾਜ ਕਹਿੰਦੇ ਜਿੱਥੇ ਮਾਇਆ ਰਹਿਤ, ਆਕਾਰ ਰਹਿਤ ਅਤੇ ਵਾਸਨਾ ਰਹਿਤ ਪ੍ਰਭੂ ਹੀ ਸੀ ਸਿਰਫ, ਤਹ ਕੌਣ ਕਉ ਮਾਨ ਕੌਣ ਅਭਿਮਾਨ। ਉੱਥੇ ਮਾਣ ਹੰਕਾਰ ਕਿਸ ਨੂੰ ਹੋਣਾ ਸੀ? ਇਹੀ ਹੁਣ ਆਪਣੇ ਤੇ ਲਾਗੂ ਕਰ ਲਗੇ ਵੀ ਸਾਰਿਆਂ ਦੇ ਵਿੱਚ ਪ੍ਰਭੂ ਪਰਮਾਤਮਾ ਹੀ ਹੈ, ਅਤੇ ਉੱਥੇ ਮਾਣ ਹੰਕਾਰ ਖਤਮ ਹੋਣਾ ਚਾਹੀਦਾ। ਜਿਹੇ ਸਰੂਪ ਕੇਵਲ ਜਗਦੀਸ਼, ਤਹ ਸਲ ਸਿਦਰ ਲਗਤ ਕਹੋ ਕੀਸ। ਜਿੱਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ, ਉੱਥੇ ਮਹਾਰਾਜ ਕਹਿੰਦੇ ਦੱਸੋ ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ? ਨਾ। ਜੈ ਜੋਤ ਸਰੂਪੀ ਜੋਤ ਸੰਗ ਸਮਾਵੇ, ਤਹ ਕਿਸੇ ਭੂਖ ਕਬਨ ਤ੍ਰਿਪਤਾਵੇ। ਜਦੋਂ ਜੋਤ ਸਰੂਪ ਪ੍ਰਭੂ ਆਪਣੀ ਹੀ ਜੋਤ ਵਿੱਚ ਲੀਨ ਸੀ, ਤਦੋਂ ਕਿਸ ਨੂੰ ਮਾਇਆ ਦੀ ਭੁੱਖ ਹੋ ਸਕਦੀ ਸੀ ਅਤੇ ਕੌਣ ਰੱਜਿਆ ਹੋਇਆ ਸੀ? ਕਰਨ ਕਰਾਵਣ ਕਰਨੇਹਾਰ, ਨਾਨਕ ਕਰਤੇ ਕਾ ਨਾਹੀਂ ਸੁਮਾਰ। ਮਹਾਰਾਜ ਕਹਿੰਦੇ ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਅਤੇ ਜੀਵਾਂ ਤੋਂ ਕਰਾਉਣ ਵਾਲਾ ਹੈ। ਜੇ ਹੁਣ ਜੀਵ ਐਵੇਂ ਹੀ ਮਾਣ ਜਾ ਕਰੀ ਫਿਰੇ, ਕੋਈ ਮੇਰੇ ਵਰਗਾ ਐਵੇਂ ਹੀ ਮਾਣ ਜਾ ਕਰੀ ਫਿਰੇ ਵੀ ਆਪਾਂ ਤਾਂ ਬਈ ਬੱਲੇ 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 ਆ, ਪਲਾਟ ਵੀ ਖਰੀਦ ਲਏ ਵੀ, ਆਪਾਂ ਜ਼ਮੀਨ ਵੀ ਖਰੀਦ ਲਈ, ਕੋਠੀਆਂ ਵੀ ਬਣਾ ਲਈਆਂ ਵੀ, ਕਾਰਾਂ ਵੀ ਖਰੀਦਤੀਆਂ ਬਈ, ਤੂੰ ਕੌਣ ਹੁੰਨਾ? ਜੋ ਤੈਨੂੰ ਆ ਸਾਹ ਹੀ ਨਾ ਦੇਵੇ, ਤੂੰ ਇੱਕ ਹਿੱਲ ਕੇ ਦਿਖਾ, ਪੱਤਾ ਵੀ ਨਹੀਂ ਹਿੱਲਦਾ, ਤੂੰ ਤਾਂ ਕਿੱਥੋਂ ਹਿੱਲ ਜਾਏਗਾ? ਕਹਿਣ ਦਾ ਭਾਵ ਆ ਉਹ ਅਕਾਲ ਪੁਰਖ ਵਾਹਿਗੁਰੂ ਦੀ ਹੀ ਤਾਕਤ ਵਰਤ ਰਹੀ ਆ ਸਭ ਥਾਈਂ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣੀਏ, ਸਾਰਿਆਂ ਦੇ ਵਿੱਚ ਵਸਿਆ ਜਾਣੀਏ, ਕਿਉਂਕਿ ਕੁਦਰਤ ਕਰਕੇ ਵਸਿਆ। ਸੋ ਇਹ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਨੂੰ ਪੈਦਾ ਕੀਤਾ ਅਤੇ ਆਪ ਵਿੱਚ ਵਸ ਰਿਹਾ। ਅਗਲੇ ਸ਼ਬਦ ਆਪਾਂ ਕੱਲ੍ਹ ਨੂੰ ਵਿਚਾਰਾਂਗੇ, ਹੁਣ ਸਮਾਂ ਹੋ ਗਿਆ।